ਅੰਬੇਦਕਰ ਸਾਹਿਬ ਦੀ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਹੈ ਜਿਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਤੁਸੀਂ ਕਿਸੇ ਵੀ ਗਰੀਬ ਲਤਾੜੇ ਹੋਏ ਅਜਿਹੀ ਜਿਹੀ ਹਾਲਤ ਵਿੱਚ ਵੀ ਪੈਦਾ ਹੋ ਤੁਸੀਂ ਸਿਖਰ ਤੇ ਪਹੁੰਚ ਸਕਦੇ ਹੋ। ਜ਼ਰੂਰੀ ਨਹੀਂ ਤੁਹਾਨੂੰ ਬਹੁਤ ਚੰਗਾ এনवायरमेंट ਮਿਲੇ ਅੱਗੇ ਵਧਣ ਵਾਸਤੇ। ਸੰਘਰਸ਼ ਦ੍ਰਿੜਤਾ ਨਿਸ਼ਠਾ ਹੋਣੀ ਚਾਹੀਦੀ ਹੈ ਅੱਗੇ ਵਧਣ ਲਈ ਤੇ ਤੁਸੀਂ ਅੱਗੇ ਵਧ ਸਕਦੇ ਹੋ। ਬਿਲਕੁਲ ਗਰੀਬ ਪਰਿਵਾਰ 'ਚ ਪੈਦਾ ਹੋ ਕੇ ਉਹਨਾਂ ਨੇ ਸਿਖਰ ਦੀ ਪੜ੍ਹਾਈ ਕੀਤੀ ਔਰ ਸਭ ਤੋਂ ਬੜੀ ਗੱਲ ਇਹ ਹੈ ਕਿ ਅਖੀਰ ਤੱਕ ਪੜ੍ਹਦੇ ਰਹੇ ਆਪਣੇ ਜੀਵਨ ਦੇ ਵਿੱਚ। ਆਪਣੇ ਆਪ ਨੂੰ ਸਟਰੈਂਥਨ ਕਰਨਾ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ। ਨੌਜਵਾਨ ਵੀਰ ਮੇਰੇ ਭੈਣਾਂ ਇੱਥੇ ਬੈਠੀਆਂ, ਬੱਚੇ ਬੈਠੇ ਹੈ, ਇਹਨਾਂ ਕਰਕੇ ਮੈਂ ਇਹ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ। ਜਦ ਅਸੀਂ ਅੰਬੇਦਕਰ ਸਾਹਿਬ ਵੱਲ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਸੋਚ ਮਿਲਦੀ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਪੜ੍ਹੋ, ਜੋੜੋ ਤੇ ਸੰਘਰਸ਼ ਕਰੋ। ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਲਗਾਤਾਰ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹਿਣਾ ਜ਼ਰੂਰੀ ਹੈ, ਜਿਸ ਤਰ੍ਹਾਂ ਉਹਨਾਂ ਨੇ ਕੀਤਾ ਹੈ। ਉਹਨਾਂ ਦੇ ਹਾਲਾਤ ਜਿਸ ਤਰੀਕੇ ਦੇ ਸੀਗੇ ਉਦੋਂ ਤਾਂ ਮਤਲਬ ਇਹ ਸੀ ਕਿ ਤੁਹਾਨੂੰ ਪਾਣੀ ਨਹੀਂ ਸੀ ਖੂਹ ਤੋਂ ਭਰਨ ਦਿੰਦੇ, ਦੂਰ ਹੀ ਬੈਠਣਾ ਪੈਂਦਾ ਸੀ। ਜੇ ਕੋਈ ਵੱਡਾ ਬੰਦਾ ਆ ਰਿਹਾ ਤਾਂ ਤੁਹਾਨੂੰ ਪਾਸੇ ਹੋਣਾ ਪੈਂਦਾ ਸੀ, ਨਹੀਂ ਤਾਂ ਫਿਰ ਕੋੜੇ ਖਾਣੇ ਪੈਂਦੇ ਸੀ। ਊਚ ਨੀਚਤਾ ਦਾ ਇੰਨਾ ਪ੍ਰਭਾਵ ਸੀ। ਅੱਜ ਤਾਂ ਉਹਨਾਂ ਦੀ ਦੇਣ ਹੈ, ਆ ਡੈਮੋਕ੍ਰੇਸੀ ਦੀ ਦੇਣ ਹੈ, ਜਵਾਹਰ ਲਾਲ ਨਹਿਰੂ ਵਰਗੀ ਚੰਗੀ ਸੋਚ ਵਰਗੇ ਬੰਦਿਆਂ ਦੀ ਦੇਣ ਹੈ ਉਹਨਾਂ ਦੇ ਨਾਲ ਕਿ ਅੱਜ ਅਸੀਂ ਕਿਸ ਤਰੀਕੇ ਦੇ ਨਾਲ ਇਕੱਠੇ ਬੈਠੇ ਇੱਕ ਗੁਲਦਸਤਾ ਬਣੀ ਬੈਠੇ ਹਾਂ। ਅਸੀਂ ਉਦੋਂ ਨਹੀਂ ਸੀ, ਲੇਕਿਨ ਉਹਨਾਂ ਹਾਲਾਤਾਂ ਵਿੱਚ ਵੀ ਅੱਗੇ ਵਧੇ। ਹਾਲਾਤ ਕਹੇ ਜੇ ਵੀ ਹੋਣ, ਤੁਹਾਨੂੰ ਇੱਕ ਟੀਚਾ ਬਣਾ ਕੇ ਅੱਗੇ ਵਧਣਾ ਪਏਗਾ, ਤੁਸੀਂ ਵਧੋਗੇ। मंजिल उन्हीं को मिलती है जिनके सपनों में जान होती है। खाली पंखों से कुछ नहीं होता, हौसलों से परवान होती है। हौसले रखने पैणगे नौजवानों नूं अगे बढ़न वास्ते। मैं भी इसी तरह पढ़िया इन्हां नूं देख देख के। मेरे पास भी इन्ने साधन नहीं सी, लेकिन मैं पढ़िया है और अज तक पढ़ रहे हैं। अपने आप को हर रोज़ कोशिश करदा कि अपने आप को स्ट्रैंथन करा, ताकत लेके आवां अपने आप च। खाली दिमागी जिसमानी हर तरह की कोशिश तुहानूं करते रहना पेगा। जब मैं पढ़न जांदा सी तां मैनूं पहलां बापू दे नाल टेंट लाउण जाना पैंदा सी सवेरे सवेरे, फिर स्कूल जाता सी मैं या कालेज। जब मैं कालेज विच सी तां 2 मझां दा टोका एक हफ्ते का करके रख के जाना पैंदा सी घर, जिहड़ा बाद दे विच चलदा सी ते अगले हफ्ते फिर आके करना है। ये मेहनत लगातार इस तरह इन्हां हालातां चों भी तुसीं अगे निकल सकदे हो। मैं उन्हां नौजवानां नूं उन्हां नूं कहना चाहुंदा कि तुसीं हालातां चों अगे वध सकदे हो, तुहाडा टीचा होना चाहिदा है। मेरी स्कूल दे विच कदे फीस ही नहीं लगी, पहलां तां रिजर्वेशन करके माफ़ हुंदी सी, उस तो बाद मैं खेलन लग गया। कालेज दे विच मैं सिर्फ एक बार फीस दिती है, उस तो बाद स्पोर्ट्स बेस ते मेरी एडमिशन रही है। 26 रुपये मेरी टोटल फीस लगती सी साल दी। फीस भी फ्री ते कपड़े भी फ्री। 150 रुपया मैनू नाल कालेज स्टाइपेंड दिंदा सी पढ़न दा। उन्हां दे कालेज दे विच 150 रुपये दे नाल ही मैं अपना खर्चा करता सी। मैं अपने मापियां ते फिर कदे पैसा नहीं लिया। जब मैं 10वीं क्रॉस कर गया फिर वजीफे परे काम चलिया। अब वजीफा खेडां दा उहदे नाल पढ़दा सी। मैं हैंडबॉल खेडदा रहा,
3 ਵਾਰ ਅਸੀਂ 골ਡ ਮੈਡਲ ਜਿੱਤਿਆ ਹੈਂਡਬਾਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ। ਪਹਿਲਾਂ ਮੈਂ BA ਕੀਤੀ, ਫਿਰ ਲਾਅ ਕਰ ਲਿਆ। ਜਦ ਮੈਂ ਪਹਿਲੀ ਵਾਰ MLA ਬਣਿਆ ਤਾਂ ਮੈਂ MBA ਕੀਤੀ PTU ਤੋਂ, ਮੈਂ ਇਹਦਾ ਸਟੂਡੈਂਟ ਵੀ ਹਾਂ। ਜਦ ਮੈਂ ਦੂਸਰੀ ਵਾਰ MLA ਬਣਿਆ ਤਾਂ ਮੈਂ ਪੰਜਾਬ ਯੂਨੀਵਰਸਿਟੀ ਤੋਂ MA ਕੀਤੀ ਪੋਲੀਟੀਕਲ ਸਾਇੰਸ ਦੀ। ਜਿਸ ਦਿਨ ਟਿਕਟਾਂ ਵੰਡਣੀਆਂ ਸੀ, ਦੇਖੋ ਤੁਸੀਂ ਹੈਰਾਨੀ ਦੀ ਗੱਲ, ਉੱਧਰ ਟਿਕਟਾਂ ਵੰਡਣੇ ਦੀ ਮੀਟਿੰਗ ਹੋਣੀ ਸੀ, ਉੱਧਰ ਮੇਰਾ ਪੇਪਰ ਸੀਗਾ। ਮੈਂ ਕਿਹਾ ਜੀ ਮੈਂ ਤਾਂ ਪੇਪਰ ਜਾਣਾ। ਕਹਿੰਦੇ ਕੱਲ੍ਹ ਨੂੰ ਮੀਟਿੰਗ ਹੈ, ਨਹੀਂ ਮਿਸ ਕਰ ਸਕਦਾ। ਮੈਂ ਕਿਹਾ ਪੇਪਰ ਵੀ ਨਹੀਂ ਮਿਸ ਕਰ ਸਕਦਾ। ਕਿੰਨੀ ਗ੍ਰੇਟਨੈਸ ਹੈ ਰਾਹੁਲ ਗਾਂਧੀ ਦੀ। ਕਹਿੰਦੇ ਮੇਰਾ ਜਹਾਜ਼ ਲੈ ਜਾ। ਮੈਂ ਉਹਨਾਂ ਦੇ ਜਹਾਜ਼ ਪਰ ਆ ਗਿਆ। ਮੇਰਾ ਵੀ ਨਿਸ਼ਚਾ ਸੀ, ਉਹਦੀ ਵੀ ਦਿਆਲਤਾ ਸੀ ਕਿ ਮੈਨੂੰ ਜਹਾਜ਼ ਦੇਤਾ ਆਪਣਾ। ਮੈਂ ਉਹਨਾਂ ਦੇ ਜਹਾਜ਼ ਪਰ ਆ ਕੇ ਆਪਣੇ ਟੀਚਰ ਨੂੰ ਉੱਥੇ ਹੀ ਬੁਲਾਇਆ। ਰਸਤੇ ਵਿੱਚ ਅਸੀਂ ਪੜ੍ਹਦੇ ਆਏ, ਸਵੇਰੇ ਪੇਪਰ ਦਿੱਤਾ, ਸਾਰੀ ਰਾਤ ਸੁੱਤਾ ਨਹੀਂ। ਪੇਪਰ ਦੇ ਕੇ ਮੈਂ ਫਿਰ ਮੁੜ ਗਿਆ, MA ਪਾਸ ਹੋ ਗਿਆ। ਹੁਣ ਮੈਂ PhD ਕਰ ਰਿਹਾ ਅਤੇ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ 'ਤੇ ਕਰ ਰਿਹਾ। ਰਾਤ ਮੈਂ 2 ਵਜੇ ਵਿਹਲਾ ਹੋਇਆ, 2 ਤੋਂ 3 ਆਪਣੇ ਟੀਚਰ ਦੇ ਨਾਲ ਬੈਠਿਆ, ਕਿਉਂਕਿ ਮੈਂ ਕਿਸੇ ਤਰ੍ਹਾਂ ਵੀ ਦਸੰਬਰ ਦੇ ਵਿੱਚ ਆਪਣਾ ਥੀਸਿਸ ਸਬਮਿਟ ਕਰਨਾ ਹੈ। ਸੋ ਜਦ ਤੁਸੀਂ ਨਿਸ਼ਚਾ ਕਰੋਗੇ ਤਾਂ ਜ਼ਰੂਰ ਤਰੱਕੀ ਮਿਲੇਗੀ। मंजिल मिल ही जाएगी एक दिन, भटकते भटकते ही सही। गुमराह तो वो हैं जो घर से निकले ही नहीं। सो नौजवान दोस्तों, आज थानू जॉब मिली है। ये कोई आखिरी जॉब नहीं है जी। अज 15-20 हज़ार 25 हज़ार 50 हज़ार दी मिली है। तरक्की करो, और बहुत दुनिया पई है, सितारों से आगे जहाँ और भी हैं। थानू लगातार अपने आप को बिल्ड करना है। जेडे अज क्लर्क लगे हैं, मेरा भाई मनमोहन सिंह वो लग्या सी JE ओवरसीर कहते सी, उदों डिप्लोमा करके। उस तो बाद उन्हें नौकरी दे विच डिग्री की, फिर BA की, फिर लॉ किया, फिर इंजीनियरिंग की बड़ी डिग्री की, इंजीनियर इन चीफ हुण रिटायर होया। मतलब सब तो छोटी पौड़ी तो उतर के सब तो लास्ट पौड़ी ते गया। उसका कारण क्या है कि लगातार अपने आप को स्ट्रेंथन करता रहा। इसलिए मैं पंजाब के नौजवान नूं बेनती करना चाहता है कि ਉਹਦੇ ਵੱਲ देखो। आ मेरी फोटो लगी भी इस ਉਹਦੇ सामने बाबा अंबेडकर जी दे। मैं क्या यार जिन्हें आह बनाया, मैं नहीं बनाया ये डिजाइन, मैनू बड़ा चंगा लग्या कि मैं ਉਹਦੇ ਵੱਲੋਂ देख रहा तो वो मेरे ਵੱਲੋਂ देख रहे। ਉਹਦੀ ਜ਼ਿੰਦਗੀ ਨੂੰ ਪੜ੍ਹੋ, ਉਸ ਤੋਂ ਸਿੱਖਿਆ ਲਓ, ਜ਼ਿੰਦਗੀ ਦੇ ਵਿੱਚ ਸੰਘਰਸ਼ ਕਰੋ ਤੇ ਫਿਰ ਅੱਗੇ ਵਧੋ। ਪੰਜਾਬ ਸਰਕਾਰ ਤੁਹਾਡੇ ਨਾਲ। ਜੋ ਪੰਜਾਬ ਸਰਕਾਰ ਤੋਂ ਕਰਾਉਣਾ ਚਾਹੁੰਦੇ ਆ ਮੈਨੂੰ ਦੱਸੋ, ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ ਵਿੱਚ ਬੈਠਾ। ਮੇਰਾ ਕਿਹੜੇ ਟੈਲੀਫੋਨ ਬੰਦ ਹੁੰਦਾ? ਇਹ ਹੋ ਸਕਦਾ ਕਿ ਵੀ ਕਈ ਵਾਰ ਮੈਂ ਇੱਥੇ ਲੈਕਚਰ ਕਰ ਰਿਹਾ, ਉੱਥੇ ਕਾਲ ਮਿਸ ਹੋ ਜੇ, लेकिन खुला है हर टाइम, दिन रात खुला है। नाले रात मैनू 1:30 बजे एक टैलीफोन आ गया, बाई जी गलती माफ़ बारे से मैं तेन कहता रात को कर लिया। मैंने नहीं, मेरे वास्ते तो सवेरे ही कर लै 1:30 बजे। मैं कईयां नूं कहना यार दिन च कर ले कर, पर कईयां दी आदत है कि रात नहीं करना। एक बाहर तो आ गया रात टैलीफोन, इस तरह कि मैनू आदत है कि मैं बैल बंद करके नहीं सो सकता टैलीफोन की, क्योंकि किसी को जरूरत हो सकती है रात को। उन्हें मैनू ना करे ना मैं चक्या तो पता नहीं कही जी एमरजेंसी हो गई उन्होंने। लेकिन फिर 1:30 बजे वाला जो जगा दिंदा है, फिर 2 बजे वाला जगा दिंदा, फिर नींद नहीं होती पूरी। पर यह है कि मैं अपनी आदत पर मजबूर है कि मैं टैलीफोन बंद करके नहीं सौ सकता, क्योंकि पता नहीं किहदा आ जाना जरूरत वाले नूं।
ਮੈਂ ਲਿਖ ਕੇ ਕੁਝ ਹੋਰ ਲਿਆਇਆ ਸੀ। ਉਹ ਮੈਨੂੰ ਮੇਰੇ ਅਫਸਰ ਕਹਿੰਦੇ ਯਾਰ ਅਸੀਂ ਲਿਖ ਕੇ ਕੁਝ ਹੋਰ ਦਿੰਦੇ, ਤੁਸੀਂ ਬੋਲ ਕੁਝ ਹੋਰ ਆਉਂਦੇ ਹੋ। ਮੈਨੂੰ ਨਹੀਂ ਆਉਂਦਾ ਪਸੰਦ ਲਿਖਿਆ ਵਾ, ਮੈਂ ਆਪਣੇ ਦਿਲ ਤੇ ਬੋਲਦਾ, ਜੋ ਮੇਰੇ ਅੰਦਰ ਹੈ ਮੈਂ ਉਹ ਬੋਲਦਾ। ਮੇਰੇ ਅੰਦਰ ਇਹ ਹੈ ਕਿ ਮੈਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ। ਮੈਨੂੰ ਤੁਸੀਂ ਮੁੱਖ ਮੰਤਰੀ ਬਣਾਤਾ, ਮੇਰੇ ਭਾਂਡੇ ਵਿੱਚ ਤਾਂ ਇੰਨੀ ਜਗ੍ਹਾ ਵੀ ਨਹੀਂ ਸੀ ਜਿੰਨੀ ਤੁਸੀਂ ਪਾਤੀ ਹੈ। ਲੇਕਿਨ ਹੁਣ ਮੈਂ ਉਹਨਾਂ ਦੇ ਭਾਂਡੇ ਭਰਨਾ ਚਾਹੁੰਦਾ ਜਿਨ੍ਹਾਂ ਦੇ ਭਾਂਡੇ ਅੱਜ ਤੱਕ ਨਹੀਂ ਭਰੇ, ਖਾਲੀ ਪੇ ਢੀਕ ਰਹੇ ਪਾੜੇ। ਮੈਂ ਉਹਨਾਂ ਪੰਜਾਬੀਆਂ ਨੂੰ, ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਜਿਨ੍ਹਾਂ ਨੂੰ ਓਪਰਚੁਨਿਟੀ ਨਹੀਂ ਮਿਲ ਰਹੀ। ਮੈਂ ਉਹਨਾਂ ਨੂੰ ਓਪਰਚੁਨਿਟੀ ਦੇਣਾ ਚਾਹੁੰਦਾ ਕਿ ਆਓ ਆ ਸਟੇਜ ਖਾਲੀ ਆ, ਤੁਸੀਂ ਬੈਠੋ। ਜੇ ਮੈਂ ਬਣ ਸਕਦਾ ਮੁੱਖ ਮੰਤਰੀ, ਜਿਹਦਾ ਬਾਪ ਦਾਦਾ ਰਿਹਾ ਹੀ ਕੁਛ ਨਹੀਂ, ਜਿਹਦਾ ਬਾਪ ਦਾਦਾ ਕਦੇ ਮੰਤਰੀ ਨਹੀਂ ਰਿਹਾ, ਮੁੱਖ ਮੰਤਰੀ ਨਹੀਂ ਰਿਹਾ, ਸੋਚ ਹੀ ਨਹੀਂ ਸੀ, ਫਿਰ ਤੁਸੀਂ ਕਿਉਂ ਨਹੀਂ ਬਣ ਸਕਦੇ? ਯਾਰ ਤੁਸੀਂ ਤਾਂ ਮੇਰੇ ਨਾਲ ਸਾਰੇ ਚੰਗੇ ਹੋ। ਜਿਹੜੇ ਮੇਰੇ ਹਾਲਾਤ ਸੀ, ਜੇ ਉਹਨਾਂ ਹਾਲਾਤਾਂ 'ਚ ਤੁਹਾਨੂੰ ਰੱਖਾਂ ਤਾਂ ਤੁਸੀਂ ਬਹੁਤ ਉੱਪਰ ਹੋ, ਤੁਸੀਂ ਮੇਰੇ ਤੋਂ ਬਹੁਤ ਅੱਗੇ ਜਾ ਸਕਦੇ ਹੋ। ਨੌਜਵਾਨੋ, ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਓਗੇ, ਬਹੁਤ ਸੰਘਰਸ਼ ਕਰਨਾ ਪਏਗਾ। ਅੰਬੇਦਕਰ ਵੱਲ ਨੂੰ ਦੇਖ ਕੇ ਸੋਚ ਰੱਖਣੀ ਪਏਗੀ। ਉਹ ਅੰਬੇਦਕਰ ਜੀ ਨੇ ਲਾਅ ਕਰ ਲਿਆ ਸੀ, ਆਖਰੀ ਬਾਹਰੋਂ ਡਿਗਰੀ ਲੈ ਲਈ, ਲੇਕਿਨ ਫਿਰ ਇਕਨੋਮਿਕਸ ਪੜ੍ਹਨ ਲੱਗ ਗਏ। ਉਹ ਕਹਿੰਦੇ ਇਹਦੇ ਵਿੱਚ ਵੀ ਮਹਾਰਤ ਕਰਨੀ ਹੈ, ਹਰ ਚੀਜ਼ ਦੇ ਵਿੱਚ ਮਹਾਰਤ ਤੁਹਾਨੂੰ ਲੈ ਕੇ ਆਉਣੀ ਪਏਗੀ, ਤਾਂ ਤੁਸੀਂ ਅੱਗੇ ਵਧੋਗੇ, ਤਾਂ ਪੰਜਾਬ ਤਰੱਕੀ ਕਰੇਗਾ। ਜਿਹੜਾ ਥੱਲੇ ਬੈਠਾ ਹੈ ਉਸ ਨੂੰ ਖਿੱਚ ਕੇ ਉੱਪਰ ਕਰਨਾ ਹੈ, ਉਹਨੂੰ ਨਾਲ ਲਿਆਉਣਾ ਹੈ, ਖੜਾ ਕਰਨਾ ਹੈ, ਤਾਂ ਤੁਹਾਡੀ ਤਾਕਤ ਹੋਏਗੀ। ਇੱਕ ਦੂਜੇ ਦੀ ਤਾਕਤ ਦੇ ਨਾਲ ਪੰਜਾਬ ਅੱਗੇ ਵਧੇਗਾ, ਸਦਭਾਵਨਾ ਦੇ ਨਾਲ। ਸੋ ਅੱਜ ਅਸੀਂ 150 ਕਰੋੜ ਰੁਪਈਆ ਲਗਾ ਕੇ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਇੱਥੇ ਤਿਆਰ ਕਰ ਰਹੇ, ਤਾਂ ਕਿ ਮੇਰੇ ਪੰਜਾਬ ਦੇ, ਦੇਸ਼ ਦੇ, ਦੁਨੀਆ ਦੇ ਲੋਕ ਆ ਕੇ ਦੇਖਣ ਅਤੇ ਉਸ ਤੋਂ ਸਿੱਖਣ ਕਿ ਕਿਸ ਤਰ੍ਹਾਂ ਅੱਗੇ ਵਧਣਾ ਹੁੰਦਾ ਅਤੇ ਕਿਆ ਕਿਆ ਉਹਨਾਂ ਦੇ ਗੁਣ ਸੀ, ਉਹਨਾਂ ਨੂੰ ਗ੍ਰਹਿਣ ਕਰਨ। ਕਿਸ ਤਰ੍ਹਾਂ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ, ਕਿਸ ਤਰ੍ਹਾਂ ਕਨਸਟੀਟਿਊਸ਼ਨ ਦੀ ਕਿਆ ਭਾਵਨਾ ਹੈ, ਕਿਸ ਤਰ੍ਹਾਂ ਏਕਤਾ ਅਤੇ ਅਖੰਡਤਾ ਦੇਸ਼ ਦੀ ਨੂੰ ਕਾਇਮ ਰੱਖਣਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਮੂਹਰੇ ਰੱਖ ਕੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨਾ ਹੈ। ਉਹ ਅਸੀਂ ਇਸ ਮਿਊਜ਼ੀਅਮ ਵਿੱਚੋਂ ਆ ਕੇ ਦੇਖਾਂਗੇ ਅਤੇ ਸਿੱਖਾਂਗੇ ਅਤੇ ਅੱਗੇ ਵਧਾਂਗੇ। ਮੈਨੂੰ ਹੁਣ ਇੱਥੇ ਬੋਲ ਰਹੇ ਸੀ ਕਿ ਜੀ ਇਹਨੂੰ ਸਾਰਾ ਕੁਝ ਇਹ ਆਰਕੀਟੈਕਟ ਇਹਨਾਂ ਨੇ ਕੀਤਾ ਹੈ। ਅਸੀਂ ਡਿਸਕਸ ਕਰਨ ਲੱਗੇ ਕਿ ਜੀ ਇਹ ਮਿਊਜ਼ੀਅਮ ਬਣਾਉਣਾ ਮੇਰੀ ਦਿਲ ਦੀ ਸੋਚ ਹੈ ਵੀ ਆਪਾਂ ਬਣਾਉਣਾ। ਮੈਂ ਧੰਨਵਾਦ ਕਰਦਾ ਪਿਛਲੇ ਮੁੱਖ ਮੰਤਰੀ ਜੀ ਦਾ, ਮੈਂ ਉਹਨਾਂ ਨੂੰ ਜਾ ਕੇ ਕਿਹਾ, ਉਹ ਕਹਿੰਦੇ ਬਣਨਾ ਜ਼ਰੂਰੀ ਹੈ, ਬਣਾਓ। ਮੈਨੂੰ ਉਹਨਾਂ ਨੇ ਹੱਲਾਸ਼ੇਰੀ ਦਿੱਤੀ, ਕੈਪਟਨ ਅਮਰਿੰਦਰ ਸਿੰਘ ਨੇ, ਕਿ ਬਣਾਓ ਚੰਨੀ ਜੀ, ਤੁਹਾਡੀ ਸੋਚ ਹੈ, ਤੁਸੀਂ ਕਰੋ। ਮੈਂ ਕਿਹਾ ਜੀ ਇਹਦੇ ਵਾਸਤੇ ਅਸੀਂ ਪੈਸੇ ਵੀ ਆਪ ਹੀ ਅਰੇਂਜ ਕਰ ਲਾਂਗੇ। 150 ਕਰੋੜ ਰੁਪਈਆ ਯੂਨੀਵਰਸਿਟੀ ਦੇ ਰਹੀ ਹੈ, ਇਹ ਯੂਨੀਵਰਸਿਟੀ ਦਾ ਐਸੈਟ ਵੀ ਹੈ। ਮੈਂ ਯੂਨੀਵਰਸਿਟੀ ਦੇ ਸਾਰੇ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਹਾਡਾ ਵੀ ਐਸੈਟ ਹੈ, ਇਹ ਤੁਹਾਡਾ ਹੀ ਹੈ, ਤੁਸੀਂ ਹੀ ਇੱਥੇ ਚਲਾਉਣਾ ਅਤੇ ਤੁਹਾਡੀ ਹੀ ਜ਼ਮੀਨ 'ਤੇ ਬਣ ਰਿਹਾ ਹੈ। ਤੁਸੀਂ 10 ਏਕੜ ਇਸ ਵਾਸਤੇ ਦਿੱਤੀ ਹੈ, ਮੈਂ ਤੁਹਾਨੂੰ 50 ਏਕੜ ਇਸ ਤੋਂ ਪਿੱਛੇ ਤੁਹਾਡੇ ਵਾਸਤੇ ਹੋਰ ਲੈ ਕੇ ਦਿੰਦਾ, ਇਸ ਤੁਹਾਡੇ ਕੰਮ ਵਾਸਤੇ। ਸੋ ਜਦੋਂ ਅਸੀਂ ਇਹਨੂੰ ਬਣਾਉਣ ਲੱਗੇ, ਸੋਚਣ ਲੱਗੇ, ਕਿਹਾ, ਮੈਂ ਕਿਹਾ ਯਾਰ ਇਹਨੂੰ ਇਸ ਤਰ੍ਹਾਂ ਦਾ ਬਣਨਾ ਕਿ ਦੂਰ 'ਤੇ ਪਤਾ ਲੱਗੇ ਕਿ ਇਹ ਹਿੰਦੁਸਤਾਨ ਦਾ ਨਿਸ਼ਾਨ ਹੈ ਇੱਕ, ਇਹ ਹਿੰਦੁਸਤਾਨ ਇਹਦੇ ਵਿੱਚ ਝਲਕਦਾ ਹੋਵੇ, ਸਾਡਾ ਕਨਸਟੀਟਿਊਸ਼ਨ ਇਹਦੇ ਝਲਕਦਾ ਹੋਵੇ, ਅੰਬੇਦਕਰ ਸਾਹਿਬ ਇਸ ਤਰ੍ਹਾਂ ਝਲਕਦਾ ਹੋਵੇ। ਮੈਨੂੰ ਕਹਿੰਦੇ ਜੀ ਕਿਸ ਤਰ੍ਹਾਂ ਬਣੇਗਾ? ਮੈਨੂੰ ਕੋਈ ਐਂਬਲਮ ਦੇ ਗਿਆ ਸੀ ਐਡਾ, ਉਹਦੇ ਥੱਲੇ ਇੱਦਾਂ ਪਿੱਲਰ ਲਾ ਕੇ ਉੱਪਰ ਐਂਬਲਮ ਲੱਗਿਆ ਹੋਇਆ ਸੀ, ਜਿਸ ਤਰ੍ਹਾਂ ਉਹ ਉੱਪਰ ਲੱਗਿਆ ਹੋਇਆ। ਮੈਂ ਉਹ ਚੱਕ ਕੇ ਇਹਨਾਂ ਦੇ ਮੂਹਰੇ ਆ ਰੱਖਤਾ। ਮੈਂ ਕਿਹਾ ਆਪਾਂ ਇਸ ਤਰ੍ਹਾਂ ਹੀ ਬਣਾਉਣਾ ਹੈ, ਸਾਡਾ ਦੇਸ਼ ਇਹਦੇ 'ਚੋਂ ਝਲਕਦਾ ਹੋਵੇ, ਉਹਦਾ ਚਿੰਨ੍ਹ ਇਹਦੇ 'ਚੋਂ ਝਲਕਦਾ ਹੋਵੇ, ਅੰਬੇਦਕਰ ਦਾ ਉਹਦੀ ਝਲਕ ਮਿਲੇ, ਉਹਦੀ ਬਿਲਡਿੰਗ 'ਚੋਂ ਹੀ। ਅੰਦਰਲੇ ਕਿਤੇ ਜਾ ਕੇ ਪਤਾ ਹੀ ਲੱਗਣਾ। ਮੈਂ ਵੇਰਕਾ ਜੀ ਦਾ ਬੜਾ ਧੰਨਵਾਦੀ ਹਾਂ, ਇਹਨਾਂ ਨੇ ਇਹਦੇ 'ਚ ਸਾਡੀ ਬੜੀ ਮਦਦ ਕੀਤੀ, ਇਹਨਾਂ ਨੂੰ ਵੀ ਅਸੀਂ ਇਹ ਸਾਰਾ ਦਿਖਾਇਆ। ਸੋ ਅਸੀਂ ਅੰਬੇਦਕਰ ਜੀ ਨੂੰ ਇੱਥੇ ਉਹਨਾਂ ਦਾ ਮਿਊਜ਼ੀਅਮ ਬਣਾ ਕੇ, ਪੂਰੇ ਵਰਲਡ ਕਲਾਸ ਦਾ ਮਿਊਜ਼ੀਅਮ, ਬਹੁਤ ਵਧੀਆ ਇਸ ਨੂੰ ਬਣਾਇਆ ਜਾਏਗਾ। 150 ਕਰੋੜ ਰੁਪਈਆ ਇਹਦੇ 'ਚ ਲੱਗੇਗਾ। ਇਸ ਦੇ ਨਾਲ ਨਾਲ ਉਹਨਾਂ ਦੇ ਨਾਮ 'ਤੇ, ਕਿਉਂਕਿ ਜੇ ਅਸੀਂ ਕਿਸੇ ਗਰੀਬ ਨੂੰ ਉੱਪਰ ਚੱਕਣਾ ਚਾਹੁੰਦੇ ਹਾਂ, ਆਟਾ ਦਾਲਾਂ ਦੇ ਨਾਲ ਉਹਨੇ ਚੱਕ ਹੋਣਾ। ਤੁਸੀਂ ਰੋਜ਼ਮर्रा ਦੀ ਆਟਾ ਦਾਲ ਦੇ ਦਿਓ ਉਹਨੂੰ, ਉਹਨੇ ਆਟਾ ਦਾਲ ਖਾੜੀਆਂ ਆਪਣਾ ਸੌਂ ਜਾਣੇ।
ਲੇਕਿਨ ਜੇ ਉਹਦੇ ਬੱਚੇ ਨੂੰ ਤੁਸੀਂ ਪੜ੍ਹਾਈ ਦੇਤੀ, ਉਹ ਆਪੇ ਬੜਾ ਹੋ ਕੇ ਆਪੇ ਅੱਗੇ ਆ ਕੇ ਆਪਣੀ ਵੀ ਗਰੀਬੀ ਚੱਕ ਦੇਗਾ, ਆਪਣੇ ਮਾਂ-ਬਾਪ ਦੀ ਵੀ ਚੱਕ ਦੇਗਾ। ਇਸ ਕਰਕੇ ਐਜੂਕੇਸ਼ਨ ਸਿਸਟਮ ਨੂੰ ਸਟਰੈਂਥਨ ਕਰਨਾ ਹੈ। ਸਭ ਤੋਂ ਬੜੀ ਚੀਜ਼ ਹੀ ਐਜੂਕੇਸ਼ਨ ਹੈ। ਮੇਰਾ ਬਾਪੂ ਮੈਨੂੰ ਪੜ੍ਹਾਇਆ, ਮੇਰੇ ਭਾਈਆਂ ਨੂੰ ਪੜ੍ਹਾਇਆ। ਇੱਕ ਮੇਰਾ ਭਰਾ ਡਾਕਟਰ ਹੈ, ਇੱਕ ਚੀਫ ਇੰਜੀਨੀਅਰ ਰਿਟਾਇਰ ਹੋਇਆ, ਇੱਕ ਮੈਂ ਹਾਂ, ਇੱਕ ਮੇਰੇ ਤੋਂ ਛੋਟਾ ਹੈ। ਲੇਕਿਨ ਐਜੂਕੇਸ਼ਨ ਉਹਦੀ ਸੋਚ ਸੀ। ਅੰਬੇਦਕਰ ਦੀ ਸੋਚ ਉਹਦੇ 'ਚ ਸੀਗੀ, ਸਾਡੇ 'ਚ ਆ ਗਈ। ਅੰਬੇਦਕਰ ਦੀ ਸੋਚ ਸੀ ਕਿ ਜੀ ਪੜ੍ਹੋ। ਪੜ੍ਹੋਗੇ ਕਿੱਥੇ ਤੇ ਜੇ ਇਨਫਰਾਸਟਰਕਚਰ ਨਹੀਂ ਹੈ ਪੜ੍ਹਾਈ ਦੇ ਬੱਚਿਆਂ ਵਾਸਤੇ, ਗਰੀਬਾਂ ਵਾਸਤੇ, ਮਿਡਲ ਕਲਾਸ ਦੇ ਲੋਕਾਂ ਵਾਸਤੇ, ਜਿਹੜੇ ਫੀਸਾਂ ਨਹੀਂ ਦੇ ਸਕਦੇ ਬੜੀਆਂ ਯੂਨੀਵਰਸਿਟੀਆਂ ਦੀਆਂ, ਉਹ ਕਿੱਥੇ ਤੇ ਪੜ੍ਹਨਗੇ। ਇਸ ਲਈ ਅਸੀਂ ਬੱਚਿਆਂ ਨੂੰ ਇਨਫਰਾਸਟਰਕਚਰ ਦੇਣਾ, ਪੜ੍ਹਾਈ ਦੇ ਇੰਸਟੀਟਿਊਸ਼ਨ ਦੇਣੇ। ਇੱਥੇ ਅਸੀਂ ਇੱਕ IIM ਦੇ ਨਾਲ ਮਿਲ ਕੇ ਮੈਨੇਜਮੈਂਟ ਕਾਲਜ ਬਾਬਾ ਅੰਬੇਦਕਰ ਸਾਹਿਬ ਦੇ ਨਾਮ ਤੇ ਅੱਜ ਹੀ ਮੈਂ ਘੋਸ਼ਣਾ ਕਰਦਾ ਕਿ ਇੱਥੇ ਸਥਾਪਿਤ ਕਰਾਂਗਾ। ਉਹਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਇੰਸਟੀਚਿਊਟ ਆਫ ਮੈਨੇਜਮੈਂਟ ਹੋਏਗਾ। IIM ਦੇ ਲੈਵਲ ਦਾ, ਅੰਮ੍ਰਿਤਸਰ ਦੀ IIM ਦੇ ਨਾਲ ਮਿਲ ਕੇ ਇਹ ਇੰਸਟੀਚਿਊਟ ਬਣੇਗਾ। ਇੱਕ ਸਕੂਲ ਆਫ ਅੰਬੇਦਕਰ ਥਾਟਸ ਦਾ ਬਣੇਗਾ ਇੱਥੇ, ਤਾਂ ਕਿ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਅੱਗੇ ਵਧਾਇਆ ਜਾ ਸਕੇ। ਭਾਰਤ ਰਤਨਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਸੈਂਟਰ ਫॉर ਰਿਸਰਚ ਇਨ ਇਕੁਐਲਿਟੀ ਐਂਡ ਡਿਵੈਲਪਮੈਂਟ, ਇੱਕ ਇਹ ਇੱਥੇ ਬਣਾਵਾਂਗੇ। ਇੱਕ ਮੈਨੇਜਮੈਂਟ ਦਾ ਕਾਲਜ ਬਣੇਗਾ। ਇੱਕ ਜਿਸ ਤਰ੍ਹਾਂ ਡਿੰਪਾ ਜੀ ਨੇ ਦੱਸਿਆ ਸੀ ਚਮਕੌਰ ਸਾਹਿਬ ਦੇ ਵਿੱਚ ਸਕਿੱਲ ਯੂਨੀਵਰਸਿਟੀ ਬਣਾ ਰਹੇ। 2 ਮੈਡੀਕਲ ਕਾਲਜ ਜਿਹੜੀ ਗੱਲ ਕਰਕੇ ਗਏ ਸਾਡੇ ਸਤਿਕਾਰਯੋਗ MLA ਸਾਹਿਬ ਰਾਣਾ ਜੀ, ਉਹਨਾਂ ਦੀ ਅਸੀਂ ਬੜੀ ਛੇਤੀ ਸ਼ੁਰੂਆਤ ਕਰ ਦਾਂਗੇ ਰਾਣਾ ਜੀ, ਇਹਦੇ ਦੇਰ ਨਹੀਂ ਲੱਗੇਗੀ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਜੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਾਇੰਸ ਹੀ ਨਹੀਂ ਹੈ, ਜੇ ਮੈਡੀਕਲ ਕਾਲਜ ਦੀਆਂ ਗਰੁੱਪ ਹੀ ਨਹੀਂ ਹੈ, ਫਿਰ ਸਾਡੇ ਗਰੀਬਾਂ ਦੇ ਜਿਹੜੇ ਮਿਡਲ ਕਲਾਸ ਦੇ ਲੋਕਾਂ ਦੇ ਡਾਕਟਰ ਤੇ ਇੰਜੀਨੀਅਰ ਕਿੱਥੋਂ ਬਣਨੇ ਆ। ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਸਾਇੰਸ ਬਲਾਕ ਤੇ ਮੈਡੀਕਲ ਐਜੂਕੇਸ਼ਨ ਦਾ ਬਲਾਕ ਬਣਾਵਾਂਗੇ ਸਾਰਿਆਂ 'ਚ, ਤਾਂ ਕਿ ਡਾਕਟਰ ਇੰਜੀਨੀਅਰ ਚੰਗੇ ਪੈਦਾ ਹੋਣ। ਤੇ ਜਿਹੜੇ 2 ਇੱਥੇ ਮੈਡੀਕਲ ਕਾਲਜ ਬਣ ਰਹੇ, ਇੱਕ ਇੱਥੇ ਬਣੇਗਾ, ਇੱਕ ਬਣੇਗਾ ਹੁਸ਼ਿਆਰਪੁਰ ਦੇ ਵਿੱਚ। ਇਹਨਾਂ ਨੂੰ ਅਸੀਂ ਬੜੀ ਛੇਤੀ, ਪਰਮਾਤਮਾ ਨੇ ਮੇਰੇ ਹੱਥ 'ਤੇ ਕੰਮ ਕਰਾਉਣਾ ਹੋਇਆ ਤਾਂ ਬੜੀ ਛੇਤੀ ਅਸੀਂ ਨੀਂਹ ਪੱਥਰ ਰੱਖਣ ਆਵਾਂਗੇ ਰਾਣਾ ਜੀ, ਇਹ ਜ਼ਰੂਰ ਕਰਾਂਗੇ। ਇੱਕ ਸਾਡੇ ਪਾਸ ਬਿਲਡਿੰਗ ਪੜੀ ਹੈ, ਕਿਉਂਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਊਟੀ ਲਗਾਈ ਸੀ ਕਿ ਤੁਸੀਂ ਇਹ ਕੰਮ ਸੰਭੋ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਰਲਡ ਵਾਈਡ ਇਸ ਗੱਲ ਦੀ ਪ੍ਰਸ਼ੰਸਾ ਹੋਈ ਕਿ ਪੰਜਾਬ ਸਰਕਾਰ ਨੇ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਇਆ, ਜਨਮ ਸਾਲ ਮਨਾਇਆ, ਬਹੁਤ ਜ਼ਬਰਦਸਤ ਉਸ ਦੀ ਸ਼ੋਭਾ ਚਾਰੇ ਪਾਸੇ ਸਰਕਾਰ ਨੂੰ ਮਿਲੀ। ਉੱਥੇ ਸਾਡੀ ਇੱਕ ਬਿਲਡਿੰਗ ਪਈ ਹੈ, ਉਹਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਅਸੀਂ ਇੱਕ ITI ਕਾਲਜ ਖੋਲ੍ਹਾਂਗੇ। ਇਹ ਵੀ ਮੈਂ ਐਲਾਨ ਕਰਕੇ ਜਾ ਰਿਹਾ, ਤੇ ਬੜੀ ਛੇਤੀ ਅਸੀਂ ਇਸੇ ਸਾਲ ਤੋਂ ਕਲਾਸਾਂ ਸ਼ੁਰੂ ਕਰ ਦੇਣੀਆਂ। ਤੁਹਾਨੂੰ ਵਧਾਈ ਹੋਵੇ ਇਸ ਚੀਜ਼ ਦੀ। ਭੁਲੱਥ ਦੇ ਵਿੱਚ ਇੱਕ ਬਲਾਕ ਦੇ ਵਿੱਚ ਅਸੀਂ ਇੱਕ ITI ਖੋਲ੍ਹਣੀ ਆ, ਉਹਦੇ ਤੇ 11 ਕਰੋੜ ਰੁਪਈਆ, 10 ਕਰੋੜ ਰੁਪਈਆ ਲੱਗੇਗਾ। ਤੇ ਅਸੀਂ ਉਹ ਵੀ ਭੁਲੱਥ ਦੇ MLA ਸਾਹਿਬ ਬੈਠੇ ਆ, ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਜਗ੍ਹਾ ਦੱਸ ਦਿਓ, ਜਗ੍ਹਾ ਤੁਸੀਂ ਦੇਣੀ ਹੈ, ਪੈਸੇ ਅਸੀਂ ਲਾਵਾਂਗੇ। ਰਾਣਾ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਆਗੂ ਹੈ, ਅਗਾਂਹ ਵਧੂ ਹੈ, ਇਹਨਾਂ ਦੀ ਸੋਚ ਹੈ, ਇੱਕ ਵਿਜ਼ਨ ਹੈ, ਮੈਂ ਉਸ ਦਾ ਸਤਿਕਾਰ ਕਰਦਾ। ਇਹਨਾਂ ਨੇ ਮੈਨੂੰ ਕਿਹਾ ਕਪੂਰਥਲੇ ਵਾਸਤੇ 10 ਕਰੋੜ ਰੁਪਈਆ ਕਪੂਰਥਲੇ ਦੇ ਸ਼ਹਿਰ ਨੂੰ ਅਸੀਂ ਦੇਵਾਂਗੇ। ਇਹਨਾਂ ਮੂਹਰੇ ਥਾਨ ਸਿੱਟ ਦੇਣਾ, ਜਿੱਥੇ ਜਿੱਥੇ ਸਵਾ ਕੇ ਜਿਹੜਾ ਕੁਝ ਪਾਉਣਾ ਪਾ ਲਵੇ। ਇੱਕ 4 ਕਰੋੜ ਰੁਪਈਆ ਇਹਨਾਂ ਨੂੰ ਚਾਹੀਦਾ ਹੈ, ਕੁਝ ਤਾਰਾਂ ਸ਼ਿਫਟ ਕਰਨੀਆਂ, ਉਹ ਵੀ ਇਹਨਾਂ ਪਾਸ ਪਹੁੰਚੇਗਾ। ਸੋ ਇੱਕ ਵਿਜ਼ਨ ਦੇ ਨਾਲ, ਇੱਕ ਸੋਚ ਦੇ ਨਾਲ, ਅਗਾਂਹ ਵਧੂ ਸੋਚ ਦੇ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੇਰੇ ਪਾਸ ਰੋਡ ਮੈਪ ਹੈ। ਮੈਨੂੰ ਇਸ ਗੱਲ ਦੀ ਮੈਂ ਤਿਆਰੀ ਕਰਦਿਆਂ ਬੜੀ ਦੇਰ ਹੋ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਅੱਗੇ ਵਧਾਉਣਾ ਹੈ। ਲੇਕਿਨ ਪੰਜਾਬ ਨੂੰ ਜਿਹੜੀ
जोकां चिंबड़ियां भी हैं कि किसी दफ्तर जाओ, कहंदा जी अखां कन्नू नहीं झाकी जांदा जद तक थले टेबल के थले नूं पैसे नहीं मिल जाते। ये चीज़ नहीं बर्दाश्त होनी मेरे ते, ये नहीं हो सकता। ਇਹਨੂੰ ਖਤਮ ਕਰ ਦਾਂਗਾ ਪੰਜਾਬ ਚੋਂ। ਮੈਨੂੰ ਜਿੰਨਾ ਕੁ ਟਾਈਮ ਮਿਲਿਆ ਹੈ ਤੁਸੀਂ ਇਹਦੇ 'ਚ ਦੇਖ ਲਿਓ ਕਿ ਬਿਲਕੁਲ ਸਿੱਧਾ ਹੋ ਜਾਏਗਾ ਕੰਮ, ਪਿਆਰ ਨਾਲ ਹੀ ਕਰਾਵਾਂਗਾ। ਮੈਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸੀ, ਉਸ ਤੋਂ ਬਾਅਦ ਮੈਂ MLA ਵੀ ਰਹਿ ਲਿਆ, ਮੰਤਰੀ ਵੀ ਰਹਿ ਲਿਆ, ਹੁਣ ਤੁਸੀਂ ਮੁੱਖ ਮੰਤਰੀ ਬਣਾਤਾ ਹੈ। ਲੇਕਿਨ ਉਹ ਮੈਨੂੰ ਸਭ ਤੋਂ ਅੱਛਾ ਪੀਰੀਅਡ ਲੱਗਦਾ ਸੀ ਕਿ ਨੇੜੇ ਹੋ ਕੇ ਲੋਕਾਂ ਦੀ ਸੇਵਾ ਕਰਨੀ ਦੇ। ਅਤੇ ਕਮੇਟੀਆਂ ਦੇ ਵਿੱਚ 22% ਕਮਿਸ਼ਨ, मैं क्या ये गल बर्दाश्त नहीं होनी है। मैं बड़ा जोर लाया कि काम खत्म होवे, लेकिन ये नैक्सस इन्ना तकड़ा बनया होया कि तोड़ना बड़ा औखा। एक प्रधान वदे बस च नहीं सी। मैं उदों सोचा सी, मैं बहुत घट करता सी, वो गल नहीं लंबी सुनावांगा, कि मैं उन्होंने कहता सी कि नहीं इस तरह नहीं चलना। एक ऐसी और कूड़ा सुट्टण वाले डंप नहीं पे होंदे, ਹੁਣ ਇਹ ਅਖਬਾਰਾਂ ਵਾਸਤੇ ਨਹੀਂ ਹੈ ਗੱਲਾਂ, ਇਹ ਤੁਹਾਡੇ ਨਾਲ ਐਸੇ ਹਾਲ ਦੇ ਵਿੱਚ ਕਰ ਰਿਹਾ। ਉਹ ਡੰਪ ਖਰੀਦਣੇ ਸੀ। ਉਹ ਮੈਂ ਕਿਹਾ ਯਾਰ ਇਹ ਤਾਂ ਬੜੇ ਮਹਿੰਗੇ ਲਗਾ ਰਹੇ ਹੋ। ਮੈਂ ਕਿਹਾ ਠੇਕੇਦਾਰ ਦਾ ਟੈਲੀਫੋਨ ਬਣਾਓ। ਮੈਂ ਠੇਕੇਦਾਰ ਨੂੰ ਕਿਹਾ, ਮੈਂ ਕਿਹਾ ਯਾਰ ਇੰਨੇ ਦੇ ਨਹੀਂ ਪੈਸੇ, ਸਾਨੂੰ ਤਾਂ ਇੰਨੇ ਦੇ ਮਿਲਦੇ ਆ। ਕਹਿੰਦਾ ਜੀ ਦੇ ਤਾਂ ਇੰਨੇ ਦੇ ਦਊਂਗਾ, ਜਿਹਨੇ ਤੁਹਾਨੂੰ ਮਿਲਾ ਕੇ ਦਿੱਤਾ, ਜਿਹੜੇ ਤੁਹਾਡੇ ਨਾਲ ਈਓ ਬੈਠਾ ਹੈ ਇਹਨੂੰ ਕਹਿ ਦਿਓ। ਮੈਂ ਸਪੀਕਰ ਲਗਾਇਆ ਹੋਇਆ ਸੀ ਐਂ ਕਰਕੇ। ਉਹ ਕਹਿੰਦਾ ਮੈਂ ਜ਼ਹਿਰ ਖਾ ਲੈਣਗੇ ਮੇਰੇ ਬੱਚੇ, ਤੂੰ ਪ੍ਰਧਾਨ ਜੀ ਜੋ ਕਹਿੰਦੇ ਉਹੀ ਕਰਦਾ ਹੈ। ਇਹ ਸੋਚ ਹੋਈ ਵੀ ਹੈ ਕਿ ਜੇ ਉੱਪਰ ਦੇ ਪੈਸੇ ਨਹੀਂ ਲੈਂਦੇ ਤਾਂ ਜ਼ਹਿਰ ਖਾਣੇ ਵਾਲਾ ਕੰਮ ਹੋ ਗਿਆ। ਤਨਖਾਹ ਨੂੰ ਕੁਝ ਸਮਝਦੇ ਨਹੀਂ ਕਈ ਲੋਕ। ਬਹੁਤ ਲੋਕ ਇਮਾਨਦਾਰ ਹੈ ਪੰਜਾਬ ਦੇ ਵਿੱਚ, ਬਹੁਤ ਜਨਤਾ ਇਮਾਨਦਾਰ ਹੈ, ਬਹੁਤ ਅਫਸਰ ਇਮਾਨਦਾਰ ਹੈ। ਕਿਸੇ ਇੱਕ ਫੀਲਡ ਦੇ ਵਿੱਚ ਜੇ ਤੁਸੀਂ ਕਹੋ ਸਾਰੇ ਮਾੜੇ ਇਹ ਨਹੀਂ ਹੋ ਸਕਦੇ, ਜੇ ਤੁਸੀਂ ਕਹੋ ਸਾਰੇ ਚੰਗੇ ਇਹ ਨਹੀਂ ਹੋ ਸਕਦੇ। ਹਰ ਫੀਲਡ ਦੇ ਵਿੱਚ, ਹਰ ਜਾਤੀ ਦੇ ਵਿੱਚ, ਹਰ ਧਰਮ ਦੇ ਵਿੱਚ ਚੰਗੇ ਵੀ ਲੋਕ ਬਹੁਤ ਜ਼ਿਆਦਾ ਹੈ, ਮਾੜੇ ਵੀ ਬਹੁਤ ਜ਼ਿਆਦਾ ਹੈ, ਕਈਆਂ 'ਚ ਬਹੁਤ ਘੱਟ ਹੈ। ਲੇਕਿਨ ਕਰਪਸ਼ਨ ਇਹ ਬਰਦਾਸ਼ਤ ਨਹੀਂ ਹੋਣੀ ਪੰਜਾਬ ਦੇ ਵਿੱਚ ਜਦ ਤੱਕ ਜਾਂ ਮੈਂ ਹਟ ਜਾਵਾਂਗਾ ਜਾਂ ਕਰਪਸ਼ਨ ਹਟ ਜਾਏਗੀ, ਦੋਨਾਂ 'ਚੋਂ ਇੱਕ ਚੀਜ਼ ਹਟੇਗੀ। ਇਹਦੇ ਵਾਸਤੇ ਨੌਜਵਾਨਾਂ ਨੂੰ ਮੇਰਾ ਸਾਥ ਦੇਣਾ ਪੈਣਾ ਹੈ। ਨੌਜਵਾਨ ਅੱਗੇ ਆਵੇ। ਜਿਹੜਾ ਬੰਦਾ ਪੈਸੇ ਮੰਗਦਾ ਹੈ ਨਾ, ਉਹਨੂੰ ਫੜ ਕੇ ਖੜ ਜਾਓ ਉਸੇ ਟਾਈਮ। ਮੈਨੂੰ ਟੈਲੀਫੋਨ ਕਰੋ, ਮੇਰਾ ਟੈਲੀਫੋਨ ਖੁੱਲ੍ਹਾ, ਮੈਨੂੰ ਉੱਥੇ ਵੀ ਆਉਣਾ ਪੈ ਗਿਆ ਤਾਂ ਆ ਜਾਵਾਂਗਾ। ਹੁਣ ਕਿਆ ਕਰਿਆ ਹੋਇਆ ਕਿ ਜੀ ਮੈਂ ਕਈ ਬੰਦਿਆਂ ਨੂੰ ਫੜਾਉਣ ਦੀ ਕੋਸ਼ਿਸ਼ ਕਰੀ। ਮੈਂ ਕਿਹਾ ਯਾਰ ਇਹਨੂੰ ਫੜਾਓ, ਬੰਦੇ ਨੇ ਤੰਗ ਕਰਿਆ ਵਾ। ਵਿਜੀਲੈਂਸ ਵਾਲੇ ਕਹਿੰਦੇ ਜੀ ਪਹਿਲਾਂ ਸਾਡੇ ਪਾਸ ਆਡੀਓ ਪ੍ਰੂਫ ਚਾਹੀਦਾ ਜੀ ਕੋਈ, ਫਿਰ ਇਹਨੂੰ ਫੜਾਂਗੇ। ਹੁਣ ਆਡੀਓ ਪ੍ਰੂਫ ਅਗਲਾ ਦਿੰਦਾ ਤੁਹਾਨੂੰ? ਕਹਿੰਦੇ ਜੀ ਉਦੋਂ ਮੋਬਾਈਲ ਪਰ ਕਾਲ ਕਰੋ, ਪੈਸੇ ਮੰਗੇ, ਫਿਰ ਸਾਡੇ ਪਾਸ ਸਬੂਤ ਆਊਗਾ, ਫਿਰ ਅਸੀਂ ਖੋਲਾਂਗੇ। ਇਹ ਸਭ ਮਿਲੇ ਹੋਏ ਸੀ ਇਹ ਲੋਕ, ਇਹ ਹੈਗੇ ਹੈ। ਇਹਨਾਂ ਨੂੰ ਖਤਮ ਕਰਨਾ ਇਸ ਚੀਜ਼ 'ਚੋਂ। ਤੁਸੀਂ ਪੰਜਾਬ ਦੇ ਲੋਕ ਖਤਮ ਕਰਨਗੇ, ਮੈਂ ਨਹੀਂ ਇਕੱਲਾ ਕਰ ਸਕਦਾ। ਪੰਜਾਬ ਦੇ ਲੋਕਾਂ ਨੂੰ ਉੱਠਣਾ ਪਏਗਾ। ਇਹ ਜਿਹੜੇ ਸਾਨੂੰ ਜੋਕਾਂ ਚਿੰਬੜੀਆਂ ਇਹਨਾਂ ਨੂੰ ਖਤਮ ਕਰਨਾ ਹੈ। ਉਹਦੇ ਵਾਸਤੇ ਪੰਜਾਬ ਦਾ ਨੌਜਵਾਨ ਅੱਗੇ ਆਵੇ ਤਾਂ ਇਹ ਖਤਮ ਹੋਏਗੀ। ਨੌਜਵਾਨੀ ਦੇ ਵਿੱਚ ਕ੍ਰਾਂਤੀ ਹੁੰਦੀ ਹੈ। ਉਹ ਭਗਤ ਸਿੰਘ ਦੀ ਫੋਟੋ ਨੂੰ ਦੇਖਦਾ ਹੈ। ਮੈਂ ਹੁਣ ਭਗਤ ਸਿੰਘ ਜੀ ਦੇ ਜਾ ਕੇ ਪੈਰੀ ਹੱਥ ਲਗਾ ਕੇ ਆਇਆ, ਮੱਥਾ ਟੇਕ ਕੇ ਆਇਆ ਝੁਕ ਕੇ। ਜਿਹੜੇ ਮੁੰਡੇ ਦੇ ਕਮਰੇ ਦੇ ਵਿੱਚ ਜਾਂ ਗੱਡੀ ਦੇ ਉੱਪਰ ਜਾਂ ਮੋਬਾਈਲ ਦੇ ਉਰੇ ਭਗਤ ਸਿੰਘ ਦੀ ਫੋਟੋ ਲੱਗੀ ਵੀ, ਸਮਝ ਲਓ ਇਹ ਬੰਦਾ ਕੰਮ ਦਾ ਹੈ, ਉਹਦੀ ਸੋਚ ਸਹੀ ਹੈ। ਭਗਤ ਸਿੰਘ ਨੂੰ ਦੇਖਣਾ ਪਏਗਾ, ਨੌਜਵਾਨਾਂ ਨੂੰ ਉਹਦੀ ਸੋਚ ਨੂੰ ਦੇਖਣਾ ਪਏਗਾ। ਕ੍ਰਾਂਤੀ ਲਿਆਉਣੀ ਪਏਗੀ ਦੇਸ਼ ਦੇ ਵਿੱਚ ਔਰ ਸੂਬੇ ਦੇ ਵਿੱਚ। ਅਤੇ ਇਸ ਤਰ੍ਹਾਂ ਦੇ ਜਿਹੜੀ ਕਰਪਸ਼ਨ ਹੈ, ਗਲਤ ਕੰਮ ਹੈ। ਪੁੱਠੇ ਤਰੀਕੇ ਨਾਲ ਹਰ ਕੰਮ ਕਰਾਉਣਾ ਚਾਹੁੰਦਾ ਹਰ ਕੋਈ, ਸਿੱਧੇ ਤਰੀਕੇ ਨਾਲ ਕਰਾਉਣਾ ਨਹੀਂ ਚਾਹੁੰਦਾ। ਲਾਈਨ 'ਚ ਕੋਈ ਲੱਗਣਾ ਨਹੀਂ ਚਾਹੁੰਦਾ। ਉਹ ਕਹਿੰਦਾ ਜੀ ਮੈਨੂੰ ਇੱਧਰ ਨੂੰ ਕੱਢ ਕੇ ਸਭ ਤੋਂ ਮੂਹਰੇ ਖੜਾ ਕਰ ਦਿਓ, ਬਸ ਇਹ ਸੋਚ। ਫਿਰ ਮੈਂ VIP ਹੈ, ਕਿਆ ਕਰਨਾ VIP ਯਾਰ। ਮੇਰੇ ਆਲੇ ਦੁਆਲੇ ਮੈਂ ਜਿੱਦਣ ਮੁੱਖ ਮੰਤਰੀ ਬਣਿਆ, ਮੈਂ ਕਿਹਾ ਯਾਰ ਕਿੱਥੇ ਫਸ ਗਿਆ ਮੈਂ। ਇੰਨੀ ਜਨਤਾ ਪਿੱਛੇ, ਇੰਨੀ ਜਨਤਾ ਅੱਗੇ, ਇੰਨੀਆਂ ਗੱਡੀਆਂ ਅੱਗੇ ਪਿੱਛੇ। ਮੈਂ ਕਿਹਾ ਇਹਨਾਂ ਨੂੰ ਹਟਾਓ ਯਾਰ ਮੇਰੇ ਆਲੇ ਦੁਆਲੇ, ਅਤੇ ਮੈਂ ਆਜ਼ਾਦ ਬੰਦਾ। ਮੈਨੂੰ ਕਿਹਨੇ ਮਾਰਨਾ? ਕਿਆ ਦੱਸੋ ਮੈਨੂੰ ਮਾਰ ਕੇ ਕਿਸ ਨੂੰ ਕਿਆ ਮਿਲਣਾ? ਲੇਕਿਨ ਤੁਸੀਂ ਪਤਾ ਤੁਹਾਨੂੰ ਕਿੰਨੀ ਸਿਕਿਉਰਿਟੀ ਹੈ ਮੇਰੀ? 1000 ਬੰਦਾ ਮੇਰੀ ਸਿਕਿਉਰਿਟੀ ਪਰ। 200 ਗੱਡੀਆਂ ਮੈਨੂੰ ਦੇ ਦਿੱਤੀਆਂ। ਮੇਰੇ ਤਾਂ ਕਮਰੇ ਜਿੱਡੀਆਂ ਗੱਡੀਆਂ ਇਹਨੇ ਬਾਦਲਾਂ ਨੇ ਖਰੀਦੀਆਂ ਹੋਈਆਂ। ਮੈਂ ਹੁਣੇ ਆਇਆ, ਕਮਰੇ ਜਿੱਡੀ ਗੱਡੀ ਹੈ, 2 ਕਰੋੜ ਰੁਪਏ ਦੀ ਕਹਿੰਦੇ ਆਉਂਦੀ। ਉਹ ਯਾਰ ਗਰੀਬਾਂ ਪਰ ਲਾ ਦਿੰਦੇ ਇਹ ਪੈਸਾ।
ਉਈਓ 8 ਗੱਡੀਆਂ ਮੇਰੇ ਅੱਗੇ ਪਿੱਛੇ ਫਿਰਦੀਆਂ। ਮੈਂ ਆਪਣੇ ਸੈਕਟਰੀ ਸਾਹਿਬ ਰਾਹੁਲ ਤਿਵਾੜੀ ਜੀ ਬੈਠੇ, ਮੈਂ ਇਹਨੂੰ ਰਸਤੇ 'ਚ ਕਹਿ ਰਿਹਾ ਸੀ, ਮੈਂ ਕਿਹਾ ਉਹ ਸਿਕਿਉਰਿਟੀ ਦਾ ਕਿਆ ਬਣਿਆ, ਕਾਹਦੇ ਵਾਸਤੇ 1000 ਬੰਦਾ ਪਿੱਛੇ ਘੁਮਾਇਆ ਹੋਇਆ? ਕਹਿੰਦੇ ਜੀ ਇੰਟੈਲੀਜੈਂਸ ਵਾਲੇ ਕਹਿੰਦੇ ਵੀ ਅਸੀਂ ਨਹੀਂ ਘੱਟ ਕਰ ਸਕਦੇ, ਜੇ ਕੱਲ੍ਹ ਨੂੰ ਕੋਈ ਗੱਲ ਹੋ ਜਾਵੇ। ਮੈਂ ਕਿਹਾ ਯਾਰ ਜੇ ਕੱਲ੍ਹ ਕੋਈ ਹੋਗੀ ਤਾਂ ਮੈਂ ਜ਼ਿੰਮੇਵਾਰ ਹਾਂ, ਭੇਜੋ ਇਹਨਾਂ ਨੂੰ। ਕਿਆ ਕਰਨਾ 1000 ਬੰਦਾ, 5-7 10 ਬੰਦੇ ਚਲੋ ਠੀਕ ਹੈ। ਕਈ ਜਗ੍ਹਾ ਲੋਕ ਵੀ ਜ਼ਿਆਦਾ ਅੱਗੇ ਨੂੰ ਆ ਜਾਂਦੇ ਕਿ ਮਿਲਣਾ ਹੀ ਜ਼ਰੂਰ ਹੈ, ਮਿਲਣਾ ਜ਼ਰੂਰ ਹੈ, ਥੋੜ੍ਹਾ ਜਿਹਾ ਤਰੀਕੇ ਨਾਲ ਉਹਨਾਂ ਨੂੰ ਸੈੱਟ ਕਰ ਦੇਣਗੇ। ਉਹ ਇਸ ਤੋਂ ਜ਼ਿਆਦਾ ਤਾਂ ਕੁਛ ਨਹੀਂ, ਸਿੰਬਲ ਬਣ ਗਿਆ ਇੱਕ ਕਿ ਜੀ ਗਨਮੈਨ ਇੰਨੇ ਜ਼ਿਆਦਾ ਪਿੱਛੇ। ਹੁਣ ਮੈਂ ਸੁਖਬੀਰ ਬਾਦਲ ਥੋੜ੍ਹੋ ਯਾਰ ਵੀ ਮੈਂ ਦਿਖਾਣਾ ਕਿ ਜੀ ਐਡੀ ਬੜੀ ਕਾਰਵਾਈ ਆ ਰਹੀ ਹੈ, ਕਿਉਂਕਿ ਲੋਕਾਂ ਦੇ ਪਿੱਛੇ ਲੱਗਦੀ ਨਹੀਂ, ਉਹ ਇਹਨਾਂ ਦੀ ਉਹ ਲਾਈ ਫਿਰੀ ਜਾਂਦੇ ਆ। ਪਬਲਿਕ ਉਹਨਾਂ ਦੇ ਨਾਲ ਤੁਰਨੇ ਨੂੰ ਤਿਆਰ ਨਹੀਂ। ਉਹ ਕਹਿੰਦੇ ਚਲੋ ਇਹੀ 1000 ਬੰਦਾ ਪਿੱਛੇ ਸਿਕਿਉਰਿਟੀ ਦੇ ਨਾਂ ਪਰ ਪਿੱਛੇ ਤੋਰ ਲਓ। ਇਸ ਕਰਕੇ ਨੌਜਵਾਨ ਵੀਰੋ, ਇਹ ਸਮਝ ਲਓ ਤੁਹਾਡਾ ਭਰਾ ਮੁੱਖ ਮੰਤਰੀ ਹੈ ਅਤੇ ਤੁਹਾਨੂੰ ਐਡਜਸਟ ਕਰਨਾ ਹੈ। ਇਹ ਸਮਝ ਲਓ ਕਿ ਜਿੰਨੀ ਕੁ ਸਮਰੱਥਾ ਨੌਕਰੀਆਂ ਦੀ ਪੰਜਾਬ ਸਰਕਾਰ ਕੋਲ ਹੈ, ਉਨੀ ਤਾਂ ਮੈਂ 4 ਮਹੀਨਿਆਂ 'ਚ ਭਰ ਦੇਣੀ। ਮੈਂ ਅੱਜ ਇਹਨਾਂ ਨੂੰ ਕਿਹਾ ਵੀ 1,00,000 ਨੌਕਰੀ ਹੋਰ ਕੱਢੋ। ਆ ਤੁਸੀਂ ਦੇਖੋ ਸਾਡੇ ਪਿੱਛੇ ਮੇਰੀ ਇੰਨੀ ਲੜਾਈ ਹੋਈ। ਹੁਣ ਇੱਕ ਮੰਤਰੀ ਦੀ ਜਿੰਨੀ ਕੈਬਨਿਟ ਚੱਲਦੀ ਉਨੀ ਕੁ ਚੱਲੇਗੀ ਨਾ। ਕਹਿੰਦੇ ਜੀ ਕਲਾਸ ਡੀ ਦੀਆਂ ਨੌਕਰੀਆਂ ਆਊਟਸੋਰਸ ਕਰਨੀਆਂ। ਮੈਂ ਕਿਹਾ ਵੀ ਕਲਾਸ ਡੀ ਦੀਆਂ ਹੀ ਕਾਹਤੇ ਕਰਨੀਆਂ, ਫਿਰ ਕਲਾਸ ਏ ਦੀਆਂ ਵੀ ਕਰ ਲਓ। ਕਲਾਸ ਡੀ ਦੇ ਵਿੱਚ ਹੁਣ ਗਰੀਬ ਇਹ ਭਰਤੀ ਹੁੰਦਾ, ਚਪੜਾਸੀ, ਹੋਰ ਤਾਂ ਕਿਸੇ ਨੇ ਲੱਗਣਾ ਨਹੀਂ। ਡਰਾਈਵਰ, ਟੈਕਨੀਸ਼ੀਅਨ, ਜਿੰਨੇ ਕਲਾਸ ਡੀ ਦੇ ਵਿੱਚ ਹੈ ਉਹ ਮੇਰੇ ਡਾਇਰੈਕਟਰ ਬੈਠੇ। ਮੈਂ ਇਹਨਾਂ ਦੀ ਫਾਈਲ ਪਰ ਲਿਖ ਕੇ ਭੇਜਿਆ ਵੀ ਨਹੀਂ ਇਸ ਤਰ੍ਹਾਂ ਹੋ ਸਕਦਾ। ਹੁਣ ਮੈਂ ਕਰ ਦੇਣਾ। ਹੁਣ ਮੇਰੇ ਪਾਸ ਆ ਗਈ ਉਹ ਕੱਲ੍ਹ। ਕਲਾਸ ਡੀ ਦੇ ਵੀ ਰੈਗੂਲਰ ਭਰਤੀ ਹੋਣਗੇ। ਉਹ ਕਿ ਉਹ ਕਿਤੇ ਹੋਰ 'ਤੇ ਆਏ ਆ, ਉਹ ਕਾਹਤੇ ਨਹੀਂ ਭਰ ਸਕਦੇ ਬਈ? ਜਾਂ ਫਿਰ ਏ ਕਲਾਸ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ, ਬੀ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ। ਅਫਸਰ ਤਾਂ ਲੱਗੇਗਾ ਪੱਕੀ ਤਨਖਾਹ ਪਰ 2.25 ਲੱਖ ਰੁਪਈਆ। ਜਿਹਦੀ 11,000 ਤਨਖਾਹ ਹੈ ਉਹ ਆਊਟਸੋਰਸ ਪਰ ਲੱਗੇਗਾ। ਸਾਰੀ ਉਮਰ ਉੱਪਰ 'ਤੇ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੀ ਅੱਜ ਕੱਢ ਦੇਵੇਂ, ਅੱਜ ਕੱਢ ਦੇਵੇਂ, ਕਿਉਂਕਿ ਨੌਕਰ ਤਾਂ ਆਊਟਸੋਰਸ ਹੈ ਜਾਂ ਕੰਟਰੈਕਟ 'ਤੇ ਹੈ। ਚਪੜਾਸੀ ਕੋਈ ਆਮ ਚੀਜ਼ ਨਹੀਂ ਹੈ, ਟੈਕਨੀਸ਼ੀਅਨ, ਡਰਾਈਵਰ ਕੋਈ ਆਮ ਚੀਜ਼ ਨਹੀਂ ਹੈ। ਇਹ ਵੀ ਅਸੀਂ ਉਹਦੇ ਪਰੇ ਭਰਨੇ ਹੈ, ਰੈਗੂਲਰ ਇਹ ਭਰਨੇ ਜਿਸ ਤਰ੍ਹਾਂ ਦੂਸਰੇ ਭਰਦੇ। ਸੋ ਮੈਂ ਤੁਹਾਡਾ ਜ਼ਿਆਦਾ ਹੀ ਟਾਈਮ ਲੈ ਗਿਆ ਕੁਛ। ਤੁਹਾਡਾ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਅੰਬੇਦਕਰ ਜੀ ਦੀ ਸੋਚ, ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਅਸੀਂ ਚੱਲੀਏ। ਹਿੰਦੁਸਤਾਨ ਦੇ ਸੰਵਿਧਾਨ ਨੂੰ ਤਕੜਾ ਰੱਖੀਏ, ਦੇਸ਼ ਦੇ ਵਿੱਚ ਨਿਸ਼ਠਾ ਰੱਖੀਏ, ਦੇਸ਼ ਦੇ ਵਿੱਚ ਏਕਤਾ ਬਣੀ ਰਹੇ। ਕੋਈ ਸਾਡੇ ਵੱਲ ਨੂੰ ਝਾਕਦਾ ਨਹੀਂ, ਕੋਈ ਪਾਕਿਸਤਾਨ ਸਾਡਾ ਬੈਰੀ ਨਹੀਂ ਬਣ ਸਕਦਾ ਜੇ ਅਸੀਂ ਆਪ ਇਕੱਠੇ ਰਹਾਂਗੇ। ਇਸ ਕਰਕੇ ਏਕਤਾ ਰੱਖੋ, ਤਕੜੇ ਹੋ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਨੌਜਵਾਨ ਅੱਗੇ ਆਵੇ ਅਤੇ ਆਪਾਂ ਸਾਰੇ ਆਪਣੇ ਸੂਬੇ ਨੂੰ ਇੰਨਾ ਵਧੀਆ ਬਣਾ ਦਈਏ ਕਿ ਲੋਕ ਕਹਿਣ ਵੀ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ।